ਸਾਡੇ ਪਿੰਡ ਦੀ ਜਿਹੜੀ ਪਹਿਲੀ ਸਰਪੰਚੀ ਸੀਗੀ ਸਰ, ਉਹ ਇਦਾਂ ਦੀ ਸਰਪੰਚੀ ਸੀਗੀ ਕਿ ਜਿਹੜੀ ਮਤਲਬ ਇੱਕ ਕਹਿ ਲਓ ਉਸਨੂੰ ਪਰਿਵਾਰਿਕ ਚਲਦੀ ਆ ਰਹੀ ਸੀ। ਤੇ ਸਰ ਉਹ 40-45 ਸਾਲ ਤੋਂ ਇੱਕ ਹੀ ਫੈਮਿਲੀ ਦੀ ਸਰਪੰਚੀ। ਸਰ ਪਹਿਲੇ ਤਾਂ ਉਸ ਚੀਜ਼ ਨੂੰ ਤੋੜਨਾ ਬਹੁਤ ਵੱਡਾ ਕੀ ਬਾਤ ਹੈ। ਖਾਨਦਾਨ ਦਾ ਕਬਜ਼ਾ ਤੋੜਿਆ ਪਿੰਡ ਤੋਂ। ਜੀ ਜੀ, ਕਿ ਮੈਂ ਆਪਣੇ ਪਿੰਡ 'ਚ ਸਰ ਪੁਲਿਸ ਨੂੰ ਐਂਟਰ ਨਹੀਂ ਕਰਨ ਦਿੰਦੀ। ਸਰ ਜਦਕਿ ਮੈਂ ਸਰਪੰਚ ਬਣਨ ਤੋਂ ਪਹਿਲੇ ਮੇਰਾ ਵੀ ਇਹੀ ਸੀਗਾ ਕਿ ਮੈਂ ਪੜ੍ਹ ਕੇ ਬਾਹਰ ਹੀ ਜਾਣਾ ਹੈ। ਇੱਕ ਰਾਜਨੀਤਿਕ ਬੰਦੇ ਦੀ ਇਹ ਸੋਚ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਏਰੀਏ 'ਚ ਅਗਰ ਕੋਈ ਵੀ ਕੰਮ ਕਰ ਰਹੇ ਨੇ, ਉਹ ਇਦਾਂ ਦਾ ਕੰਮ ਕਰਨ ਕਿ ਉਹ ਏਰੀਏ 'ਚ ਕੋਈ ਨਾ ਕੋਈ ਇਦਾਂ ਦਾ ਰੁਜ਼ਗਾਰ ਲਿਆ ਕੇ ਉਹ ਕਰਦੇ ਨੇ, ਸੈੱਟ ਕਰਦੇ ਨੇ। ਜਿਹੜੀ ਸੋਚ ਸੀਗੀ ਕਿ ਮੈਂ ਜਿਹੜੀ ਮੈਨੂੰ ਪਹਿਲੇ ਜ਼ਿੰਮੇਵਾਰੀ ਮਿਲੀ ਹੈ, ਮੈਂ ਉਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵਾਂ। ਲੇਕਿਨ ਸਰ ਹੁਣ ਮੇਰੀ ਸੋਚ ਹੈ ਕਿ ਮੈਂ ਰਾਜਨੀਤੀ 'ਚ ਅੱਗੇ ਵੀ ਜਾਵਾਂਗੀ। ਮੈਂ ਆਪਣਾ ਫਿਊਚਰ ਦੇਖਦੀ ਹਾਂ ਰਾਜਨੀਤੀ 'ਚ। ਆਮਣੇ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਸਾਡੇ ਨਾਲ ਹਨ ਪਲਵੀ ਠਾਕਰ, ਜ਼ਿਲ੍ਹਾ ਪਠਾਨਕੋਟ ਦੇ ਤਾਰ ਬਲਾਕ ਦੇ ਇੱਕ ਛੋਟੇ ਜਿਹੇ ਹਾੜ ਪਿੰਡ ਦੀ ਸਰਪੰਚ ਕੁੜੀ। ਜੇ ਮੈਂ ਕਹਾਂ ਕਿ ਆਪਣੇ ਆਪ 'ਚ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ। ਪਹਿਲਾਂ ਪਿੰਡ ਦੀ ਨੁਹਾਰ ਬਦਲੀ, ਉਸ ਤੋਂ ਬਾਅਦ ਯੁਵਾ ਸ਼ਕਤੀ ਦੇ ਨਾਲ ਹੁਣ ਆਪਣੇ ਇਲਾਕੇ ਦੀ ਨੁਹਾਰ ਬਦਲ ਰਹੀ ਹੈ। ਕਿਸੇ ਮੰਤਰੀ, ਕਿਸੇ ਵਿਧਾਇਕ ਜਾਂ ਕਿਸੇ ਨੇਤਾ ਦੇ ਘਰ ਦੀ ਜੰਮਪਲ ਨਹੀਂ। ਪਲਵੀ ਨੂੰ ਲੋਕਾਂ ਲਈ ਕੁਝ ਕਰਨ ਗੁਜ਼ਰਨ ਦੀ ਜਿਹੜੀ ਇੱਛਾ ਸ਼ਕਤੀ ਹੈ, ਉਹੀ ਰਾਜਨੀਤੀ 'ਚ ਲੈ ਕੇ ਆਈ ਹੈ। ਪਲਵੀ ਜੀ, ਸਾਡੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਸਾਡੇ ਪੈਨਲ ਤੇ ਆਉਣ ਲਈ ਤੁਹਾਡਾ ਸਾਰਿਆਂ ਵੱਲੋਂ ਸਵਾਗਤ ਹੈ। ਜੀ ਆਇਆਂ ਨੂੰ ਪਲਵੀ ਜੀ। ਬਹੁਤ ਬਹੁਤ ਧੰਨਵਾਦ ਸਰ। ਮੈਂ ਜਿੰਨੇ ਵੀ ਇਸ ਟਾਈਮ ਸਾਨੂੰ ਦੇਖ ਰਹੇ ਲਾਈਵ ਦਰਸ਼ਕ ਤੇ ਤੁਹਾਡੀ ਟੀਮ, ਨਾਲੇ ਤੁਹਾਨੂੰ ਸਰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਾਲੇ ਬਹੁਤ ਜ਼ਿਆਦਾ ਪਿਆਰ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਪਲਵੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਲੈਣ ਲੱਗਿਆ। ਮੇਰੀ ਜਾਣਕਾਰੀ ਮੁਤਾਬਕ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਤੁਹਾਡੇ ਨਾਲ ਸਿੱਧੀ ਜਿਹੜੀ ਫੋਨ ਤੇ ਗੱਲਬਾਤ ਕੀਤੀ। ਜਿੱਦਾਂ ਮੈਂ ਕਿਹਾ, ਧਾਰ ਬਲਾਕ ਦਾ ਇੱਕ ਛੋਟਾ ਜਿਹਾ ਹਾੜ ਪਿੰਡ ਆ, ਉੱਥੋਂ ਦੀ ਸਰਪੰਚ ਕੁੜੀ, ਪ੍ਰਧਾਨ ਮੰਤਰੀ ਦਾ ਫੋਨ ਆਇਆ ਹੋਵੇ ਤਾਂ ਕੈਸਾ ਲੱਗਿਆ ਪਲਵੀ ਜੀ? ਜੀ ਸਰ ਦੇਖੋ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਧਾਰ ਬਲਾਕ ਦਾ ਇੱਕ ਛੋਟੇ ਜਿਹੇ ਪਿੰਡ ਤੇ ਸਰ ਜਦੋਂ ਮਤਲਬ ਇੱਕ ਫੋਨ ਨਹੀਂ ਸਰ, ਉਹ ਮੇਰੀ ਵੀਡੀਓ ਕਾਨਫਰੰਸਿੰਗ ਹੋਈ ਸੀ ਉਹਨਾਂ ਨਾਲ। ਤੇ ਬਾਕੀ ਮੈਂ ਗੱਲ ਕਰਾਂ ਤੇ ਫਿਰ ਮੇਰਾ ਜਿਹੜਾ ਪਿੰਡ ਹੈ ਧਾਰ ਬਲਾਕ ਦਾ, ਇੱਕ ਬਹੁਤ ਸੱਚੀ ਛੋਟਾ ਜਿਹਾ ਪਿੰਡ ਹੈ ਹਾੜਾ। ਤੇ ਪਿੰਡ ਦੀ ਜੇਕਰ ਮੈਂ ਗੱਲ ਕਰਾਂ ਤੇ ਸਰ ਆਪਣਾ ਜਿਵੇਂ ਕਿ ਸਾਡਾ ਧਾਰ ਬਲਾਕ ਜਿਹੜਾ ਹੈ ਨੀਮ ਪਹਾੜੀ ਖੇਤਰ ਮੰਨਿਆ ਜਾਂਦਾ ਹੈ। ਤੇ ਸਰ ਜਦੋਂ ਮੇਰੀ ਕਾਨਫਰੰਸਿੰਗ ਹੋਈ ਸੀ ਉਹਨਾਂ ਨਾਲ, ਤੇ ਉਹ ਟਾਈਮ ਸਰ ਮੇਰੇ ਲਈ ਮਤਲਬ ਮੈਂ ਕਦੀ ਸੋਚਿਆ ਨਹੀਂ ਸੀ, ਜੋ ਕਦੀ ਮਤਲਬ ਐਵੇਂ ਦਾ ਸੋਚਿਆ ਵੀ ਨਹੀਂ ਸੀ ਕਿ ਕਦੀ ਪੀਐਮ ਤੱਕ ਵੀ ਆਪਾਂ ਮਤਲਬ ਗੱਲਬਾਤ ਕਰ ਸਕਦੇ ਹਾਂ। ਤੇ ਸਰ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੇ ਪਿੰਡ ਲਈ, ਈਵਨ ਮੇਰੇ ਜ਼ਿਲ੍ਹੇ ਲਈ ਤੇ ਪੂਰੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਸੀਗੀ, ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪੀਐਮ ਲੈਵਲ ਤੋਂ ਇੱਕ ਸਰਪੰਚ ਨਾਲ ਗੱਲ ਕੀਤੀ ਗਈ ਹੈ। ਪਰ ਵੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਕੇਵਲ ਸਰਪੰਚ ਨਾਲ ਗੱਲ ਨਹੀਂ, ਇਹ ਵੀ ਕਿਹਾ ਗਿਆ ਕਿ ਸਭ ਤੋਂ ਛੋਟੀ ਉਮਰ ਦੀ ਸਰਪੰਚ ਕੌਮੀ ਪੱਧਰ ਤੇ, ਜਿਹਦੇ ਨਾਲ ਪ੍ਰਧਾਨ ਮੰਤਰੀ ਗੱਲ ਕਰ ਰਹੇ ਸੀ। ਜੀ ਜੀ ਸਰ। ਤੇ ਸਰ ਜਦੋਂ ਮੈਂ ਸਰਪੰਚ ਬਣੀ ਸੀ, ਹਾਂਜੀ, ਮੈਨੂੰ ਆਪਣੀ ਪੰਜਾਬ ਸਰਕਾਰ ਵੱਲੋਂ ਇੱਕ ਮਾਣ ਪ੍ਰਾਪਤ ਹੋਇਆ ਕਿ ਮੈਂ ਆਪਣੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਆ। ਜਦਕਿ 2019 ਚ ਜਦੋਂ ਮੈਂ ਸਰਪੰਚ ਬਣੀ ਸੀ ਸਰ, ਉਸ ਟਾਈਮ ਤਾਂ ਮੈਨੂੰ ਨਹੀਂ ਪਤਾ ਸੀਗਾ। ਲੇਕਿਨ ਸਰ ਜਿੱਦਾਂ ਸਾਡੇ ਪੰਜਾਬ 'ਚ ਤਾਂ ਕਈ ਲੱਖਾਂ, 1 ਲੱਖ ਸਮਥਿੰਗ ਕੁਝ ਸਰਪੰਚ ਨੇ, ਲੇਕਿਨ ਉਹ ਸਾਰੇ ਸਰਪੰਚਾਂ ਚੋਂ ਇੱਕ ਸਭ ਤੋਂ ਘੱਟ ਉਮਰ ਦੀ ਸਰਪੰਚ ਮੈਂ ਸੀਗੀ। ਤੇ ਮਤਲਬ ਸਰ ਇੱਕ ਬਹੁਤ ਵੱਡੀ ਮਤਲਬ ਇੱਕ ਜਦੋਂ ਇਹ ਗੱਲ ਆਉਂਦੀ ਨਾ ਕਿ ਇਹ ਸਭ ਤੋਂ ਛੋਟੀ ਸਰਪੰਚ ਹੈ, ਤੇ ਸਰ ਬਹੁਤ ਖੁਸ਼ੀ ਹੁੰਦੀ ਹੈ ਇਹ ਦੇਖ ਕੇ, ਨਾਲੇ ਸੁਣ ਕੇ ਵੀ ਬਹੁਤ ਅੱਛਾ ਲੱਗਦਾ ਹੈ ਕਿ ਮਤਲਬ ਸਰ ਆਪਾਂ ਕਿਤੇ ਵੀ ਜਾਂਦੇ ਹਾਂ, ਮਤਲਬ ਜਿਵੇਂ ਵੀ ਮੈਂ ਕਿਤੇ ਵੀ ਜਾਂਦੀ ਹਾਂ, ਜੇ ਮੈਂ ਉੱਥੇ ਜਾ ਕੇ ਕਹਾਂਗੀ ਮੇਰਾ ਨਾਮ ਪੱਲਵੀ ਠਾਕੁਰ ਹੈ, ਤਾਂ ਮੋਸਟਲੀ ਜਿਹੜੇ ਲੋਕੀ ਨੇ ਠੀਕ ਹੈ ਤੁਸੀਂ ਪੰਜਾਬ ਦੇ ਸਭ ਤੋਂ ਛੋਟੇ ਸਰਪੰਚ ਹੋ। ਤੇ ਸਰ ਖੁਸ਼ੀ ਵਾਲੀ ਗੱਲ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਵੀ। ਇੱਕ ਸਵਾਲ ਹੋਰ, ਪ੍ਰਧਾਨ ਮੰਤਰੀ ਨੇ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ, ਕੀ ਪ੍ਰਧਾਨ ਮੰਤਰੀ ਨੇ ਚੇਚੇ ਤੌਰ ਤੇ ਪਲਵੀ ਕੀ ਕਿਹਾ ਤੁਹਾਡੇ ਲਈ? ਸਰ ਉਹਨਾਂ ਨੇ ਦੇਖੋ ਇਦਾਂ ਦੇ ਸਪੈਸ਼ਲੀ ਕੁਝ ਨਹੀਂ ਕਿਹਾ, ਲੇਕਿਨ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਹੈ
ਕਿ ਜਿੱਦਾਂ ਦੇਖੋ ਦੇਖਿਆ ਕਿ ਸਰਪੰਚੀ 'ਚ ਅਕਸਰ ਜੈਂਟਸ ਹੀ ਹੁੰਦੇ ਨੇ ਜਾਂ ਫਿਰ ਮਤਲਬ ਲੇਡੀਜ਼ ਸਰਪੰਚ ਬਣ ਜਾਂਦੀਆਂ ਨੇ। ਉਹ ਇਸ ਕਰਕੇ ਕਿ ਜਿਵੇਂ ਪਿੰਡਾਂ 'ਚ ਹੋ ਜਾਂਦਾ ਹੈ ਕਿ ਲੇਡੀ ਰਿਜ਼ਰਵ ਹੋ ਗਈ, ਇਸ ਕਰਕੇ ਲੇਡੀ ਸਰਪੰਚ ਬਣ ਜਾਂਦੀਆਂ ਨੇ। ਲੇਕਿਨ ਕੁੜੀਆਂ ਜਿਹੜੀਆਂ ਇਹ ਲਾਈਨ 'ਚ ਤਾਂ ਮਤਲਬ ਬਹੁਤ ਘੱਟ ਹੁੰਦੀਆਂ ਨੇ। ਤੇ ਕਿਹਾ ਸੀਗਾ ਕਿ ਤੁਹਾਡੇ ਜਜ਼ਬੇ ਨੂੰ ਸਲਾਮ ਕਰਨਾ ਪਏਗਾ, ਜਿਹੜੇ ਸ਼ਿੱਦਤ ਨਾਲ ਤੁਸੀਂ ਕੰਮ ਕਰ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ। ਜੀ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਪਲਵੀ ਤੁਹਾਡੇ ਦੇ ਲਈ। ਪਲਵੀ, ਇਸ ਤੋਂ ਅਗਲਾ ਸਵਾਲ, ਅਕਸਰ ਜਿਹੜਾ ਹੈਗਾ ਜਿੱਦਾਂ ਤੁਸੀਂ ਖੁਦ ਹੀ ਕਹਿ ਰਹੇ ਕਿ ਕੁੜੀਆਂ ਜਿਹੜੀਆਂ ਰਾਜਨੀਤੀ 'ਚ ਆਉਣ ਤੋਂ ਗਰੇਜ਼ ਕਰਦੀਆਂ, ਤੁਸੀਂ ਕਿਵੇਂ ਰਾਜਨੀਤੀ 'ਚ ਆਉਣ ਦੀ ਹਿੰਮਤ ਕੀਤੀ? ਕਿਹੜੀ ਗੱਲ ਨੇ ਪ੍ਰੇਰਣਾ ਦਿੱਤੀ ਪਲਵੀ ਤੁਹਾਨੂੰ? ਸਰ ਪ੍ਰੇਰਨਾ ਪਹਿਲੇ ਤਾਂ ਅਗਰ ਮੈਂ ਰਾਜਨੀਤੀ 'ਚ ਆਈ ਹਾਂ ਤੇ ਰਾਜਨੀਤੀ 'ਚ ਮੇਰਾ ਆਉਣ ਦਾ ਜਿਹੜਾ ਉਹ ਸੀਗਾ, ਸਭ ਸੇ ਪਹਿਲੇ ਮੇਰੇ ਪੇਰੈਂਟਸ ਦੀ ਉਹ ਸੀਗੀ। ਜਿਵੇਂ ਮੇਰੇ ਪਾਪਾ ਹੈ ਸਰ, ਉਹਨਾਂ ਦੀ ਸੋਚ ਸੀਗੀ ਕਿ ਇੱਦਾਂ ਨਹੀਂ ਹੈ ਕਿ ਕੁੜੀ ਹੈ ਜਾਂ ਕੁਛ ਵੀ, ਲੇਕਿਨ ਉਹਨਾਂ ਨੇ ਮੈਨੂੰ ਮਤਲਬ ਇਸ ਲਾਈਨ 'ਚ ਜਦੋਂ ਇਲੈਕਸ਼ਨ ਸਰ ਸਿਰ ਤੇ ਸੀਗੇ ਤੇ ਸਰ ਮੈਂ ਤਾਂ ਚੰਡੀਗੜ੍ਹ ਸਟੱਡੀ ਕਰਦੀ ਸੀ ਉਦੋਂ। ਮੈਂ ਸਿਰਫ ਆਪਣੇ ਐਗਜ਼ਾਮ ਖਤਮ ਕਰਕੇ 5-10 ਦਿਨ ਲਈ ਘਰੇ ਰਹਿਣ ਆਈ ਸੀ ਤੇ ਉਦੋਂ ਮੈਂ ਦੇਖਿਆ ਕਿ ਇਲੈਕਸ਼ਨ ਦਾ ਮਤਲਬ ਰੌਲਾ ਚੱਲ ਰਿਹਾ ਹੈ। ਤੇ ਸਰ ਮੈਂ ਆਪਣੇ ਪਾਪਾ ਨਾਲ ਜਸਟ ਮਾੜੀ ਜੀ ਗੱਲ ਕੀਤੀ ਕਿ ਪਾਪਾ ਜੀ ਜੇਕਰ ਮੈਂ ਇਲੈਕਸ਼ਨ ਲੜਾਂ, ਤੇ ਉਹਨਾਂ ਨੇ ਮੈਨੂੰ ਕਿਹਾ ਦੇਖ ਲੈ, ਕੋਈ ਗੱਲ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਜੇ ਤੈਨੂੰ ਸਹੀ ਲੱਗਦਾ ਹੈ ਤੇ ਕਰ ਲੈ, ਕੋਈ ਗੱਲ ਨਹੀਂ। ਸਰ ਮੇਰਾ ਇਸ ਲਾਈਨ 'ਚ ਆਉਣ ਦਾ ਇੱਕ ਮੋਟਿਵ ਇਹ ਸੀਗਾ ਕਿ ਸਰ ਜਿੱਦਾਂ ਸਾਡਾ ਏਰੀਆ ਜਿਹੜਾ ਬੈਕਵਰਡ ਏਰੀਆ ਮੰਨਿਆ ਜਾਂਦਾ ਹੈ ਸਰ, ਇੱਥੇ ਬੇਟੀਆਂ ਨੂੰ ਮਤਲਬ ਇੱਕ ਬੇਟੀ ਹੀ ਸਮਝਿਆ ਜਾਂਦਾ ਹੈ ਕਿ ਇਹ ਕੁੜੀ ਹੈ ਤੇ ਇਹ ਕੁੜੀ ਹੀ ਹੈ, ਇਹਨੇ ਸਿਰਫ ਘਰ ਦੇ ਕੰਮ ਕਰਨੇ ਹੈ। ਮਤਲਬ ਪੜ੍ਹਿਆ ਲਿਖਿਆ ਮਤਲਬ ਜ਼ਿਆਦਾ ਤੇ ਪੜ੍ਹਾਉਂਦੇ ਨਹੀਂ ਇੱਥੇ, ਬਸ ਪੜ੍ਹਿਆ ਲਿਖਿਆ ਤੇ ਇਹਨਾਂ ਦਾ ਵਿਆਹ ਕਰਾ ਦਿਓ, ਹੈ ਨਾ। ਤਾਂ ਸਰ ਇੱਕ ਇਹ ਜਿਹੜੀ ਚੀਜ਼ ਸੀਗੀ। ਬਾਕੀ ਸਰ ਸਾਡੇ ਪਿੰਡਾਂ ਵਾਲੀ ਸਾਈਡ ਦੇਖਾਂ, ਮੈਂ ਸਪੈਸ਼ਲੀ ਆਪਣੇ ਪਿੰਡ ਦੀ ਜੇਕਰ ਗੱਲ ਕਰਾਂ ਤਾਂ ਸਰ ਪਿੰਡ ਦੀ ਡਿਵੈਲਪਮੈਂਟ ਦੇ ਵੀ ਇੰਨੇ ਕੁ ਬੁਰੇ ਹਾਲ ਸੀਗੇ। ਉਹ ਹਾਲਾਤਾਂ ਨੂੰ ਦੇਖ ਕੇ ਤੇ ਨਾਲੇ ਇੱਕ ਪਿਛੜੀ ਹੋਈ ਸੋਚ ਨੂੰ ਦੇਖ ਕੇ ਸਰ ਮੈਂ ਇਸ ਲਾਈਨ 'ਚ ਪੈਰ ਰੱਖਿਆ। ਕੀ ਪਤਾ ਕਿ ਮਤਲਬ ਮੈਨੂੰ ਦੇਖ ਕੇ ਜਾਂ ਮੇਰੇ ਪੇਰੈਂਟਸ ਦੀ ਸੋਚ ਨੂੰ ਦੇਖ ਕੇ ਹੋਰ ਵੀ ਕਿੰਨੇ ਪੇਰੈਂਟਸ ਨੇ ਜਿਹੜੇ ਮੋਟੀਵੇਟ ਹੋਣਗੇ, ਜੇਕਰ ਇਹਨਾਂ ਦੀ ਕੁੜੀ ਰਾਜਨੀਤੀ 'ਚ ਜਾ ਸਕਦੀ ਹੈ, ਸਾਡੀ ਕੁੜੀਆਂ ਕਿਉਂ ਨਹੀਂ ਅੱਗੇ ਵੱਧ ਸਕਦੀਆਂ। ਆਪਾਂ ਪਿੰਡ ਦੇ ਵਿਕਾਸ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਪਲਵੀ, ਪਰ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਅਕਸਰ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜੇ ਨੇਤਾ ਲੋਕ ਬਣਦੇ ਆ ਉਹ ਆਪਣੀ ਜੇਬ 'ਚ ਪੈਸਾ ਪਾਉਂਦੇ ਆ, ਪੈਸਾ ਕੱਢਦੇ ਨਹੀਂ। ਮੇਰੀ ਜਾਣਕਾਰੀ ਮੁਤਾਬਕ ਪਿੰਡ ਦੇ ਵਿਕਾਸ ਦੀ, ਪਿੰਡ ਦੇ ਪਰਿਵਾਰਾਂ ਦੇ ਭਲੇ ਲਈ ਤੁਹਾਡੇ ਪਰਿਵਾਰ ਨੇ ਜਾਤੀ ਤੌਰ ਤੇ ਵੀ ਪਿੰਡ ਲਈ ਬਹੁਤ ਕੁਝ ਕੀਤਾ, ਠੀਕ ਹੈ ਇਹ ਗੱਲ? ਜੀ ਸਰ, ਜੀ ਬਿਲਕੁਲ। ਤੇ ਸਰ ਜਿੱਦਾਂ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤੇ ਸਰ ਜਦੋਂ ਮੈਂ ਸਰਪੰਚ ਬਣੀ ਤੇ ਸਰ ਪਹਿਲੇ ਪਿਛੋਕੜ 'ਚ ਕੋਈ ਫੈਮਿਲੀ 'ਚ ਰਾਜਨੀਤੀ 'ਚ ਨਹੀਂ ਸੀਗਾ। ਸਿਰਫ ਇੱਕ ਪਾਪਾ ਸੀਗੇ, ਜਿੱਦਾਂ ਕਿ ਹਰ ਕੋਈ ਕਿਸੇ ਚਾਹੇ ਉਹ ਜਿੰਨਾ ਵੀ ਆਮ ਬੰਦਾ ਵੀ ਹੋਵੇ, ਚਾਹੇ ਉਹ ਕੰਮਕਾਰਾਂ ਵਾਲਾ ਬੰਦਾ ਹੋਵੇ, ਕੋਈ ਵੀ ਹੋਵੇ, ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੀ ਹੁੰਦੇ ਆ, ਹਰ ਕੋਈ ਰੱਖਦਾ ਹੈ ਅੱਜ ਦੇ ਟਾਈਮ 'ਚ। ਤੇ ਸਰ ਬਸ ਇੱਕ ਪਾਪਾ ਪਾਰਟੀ ਨਾਲ ਚੱਲਦੇ ਸੀਗੇ ਤੇ ਉਸ ਤੋਂ ਪਹਿਲੇ ਕਿ ਆਪਾਂ ਕਦੀ ਮਤਲਬ ਸਾਡੀ ਫੈਮਿਲੀ 'ਚੋਂ ਕਿਸੇ ਨੇ ਰਾਜਨੀਤੀ ਨਹੀਂ ਕੀਤੀ। ਤੇ ਸਰ ਜਦੋਂ ਆਪਾਂ ਸਰਪੰਚ ਬਣੇ ਤੇ ਸਾਡੇ ਪਿੰਡ ਦੀ ਜਿਹੜੀ ਪਹਿਲੀ ਸਰਪੰਚੀ ਸੀਗੀ ਸਰ, ਉਹ ਇਦਾਂ ਦੀ ਸਰਪੰਚੀ ਸੀਗੀ ਕਿ ਜਿਹੜੀ ਮਤਲਬ ਇੱਕ ਕਹਿ ਲਓ ਉਸਨੂੰ ਪਰਿਵਾਰਿਕ ਚਲਦੀ ਆ ਰਹੀ ਸੀ। ਤੇ ਸਰ ਉਹ 40-45 ਸਾਲ ਤੋਂ ਇੱਕ ਹੀ ਫੈਮਿਲੀ ਦੀ ਸਰਪੰਚੀ। ਸਰ ਪਹਿਲੇ ਤਾਂ ਉਸ ਚੀਜ਼ ਨੂੰ ਤੋੜਨਾ ਬਹੁਤ ਵੱਡਾ ਖਾਨਦਾਨ ਦਾ ਕਬਜ਼ਾ ਤੋੜਿਆ ਪਿੰਡ ਤੋਂ। ਜੀ ਤੇ ਸਰ ਉਹ ਬਹੁਤ ਵੱਡਾ ਸਾਡੇ ਲਈ ਚੈਲੰਜ ਸੀਗਾ। ਲੇਕਿਨ ਸਰ ਆਪਾਂ ਮਤਲਬ ਇੱਕ ਕਹਿੰਦੇ ਆ ਨਾ ਕਿ ਜਦੋਂ ਰੱਬ ਨੇ ਸਾਥ ਦੇਣਾ ਹੋਵੇ ਤੇ ਮਤਲਬ ਉਸ ਟਾਈਮ ਤੇ ਸਰ ਆਪਣੇ ਆਪ ਜੋ ਹੈ ਕੰਮ ਹੁੰਦੇ ਜਾਂਦੇ ਆ। ਤੇ ਸਰ ਜਦੋਂ ਆਪਾਂ ਸਰਪੰਚ ਬਣੇ ਫਿਰ ਸਰ ਫੈਮਿਲੀ 'ਚ ਕਦੀ ਕਿਸੇ ਨੇ ਰਾਜਨੀਤੀ 'ਚ ਕੋਈ ਪੈਰ ਨਹੀਂ ਰੱਖਿਆ ਸੀ, ਨਾ ਹੀ ਰਾਜਨੀਤੀ ਦੇ ਕੰਮਾਂ ਬਾਰੇ ਇੰਨੀ ਨੌਲੇਜ ਸੀਗੀ। ਤੇ ਸਰ ਹੌਲੀ ਮੈਨੂੰ ਸਾਲ 1.5 ਸਾਲ ਲੱਗ ਗਿਆ ਇਹੀ ਆਪਣੇ ਪੈਰ ਪਸਾਰਨ 'ਚ, ਇਸ ਕੰਮ 'ਚ, ਕਿ ਕਿਹੜਾ ਕੰਮ ਕਿਵੇਂ ਹੁੰਦਾ ਹੈ, ਕਿੱਥੋਂ ਕੀ ਕਿਵੇਂ ਆਪਾਂ ਫੰਡਸ ਲਿਆ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ। ਤੇ ਸਰ ਮਤਲਬ ਇੱਕ ਫਿਰ ਉਸ ਤੋਂ ਬਾਅਦ ਜਦੋਂ ਜਿਹੜੀ ਅਲੱਗ ਪਹਿਚਾਣ ਮਿਲ ਗਈ ਯੰਗੈਸਟ ਸਰਪੰਚ ਪੰਜਾਬ ਦੀ, ਸਰ ਉਸ ਨਾਮ ਨਾਲ ਮੈਨੂੰ ਇੰਨਾ ਕੁ ਫਾਇਦਾ ਹੋਇਆ ਕਿ ਸਿਰਫ ਮੈਂ ਆਪਣੇ ਜ਼ਿਲ੍ਹੇ ਦੀ ਹੀ ਨਾ ਗੱਲ ਕਰਾਂ, ਜੇਕਰ ਮੈਂ ਕਿਤੇ ਵੀ ਜਾਂਦੀ ਹਾਂ ਮੈਂ ਸਿਰਫ ਇੱਕ ਵਰਡ ਯੂਜ਼ ਕਰਾਂਗੀ ਤੇ ਸਰ ਮੈਨੂੰ ਹਰ ਜਗ੍ਹਾ ਤੇ ਬਹੁਤ ਜ਼ਿਆਦਾ ਪ੍ਰੈਫਰੈਂਸ ਮਿਲਦੀ ਸੀਗੀ। ਤੇ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਲਈ। ਪਲਵੀ, ਇੱਕ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਸੀ ਇਹ ਵੀ ਹੈ ਕਿ ਅਕਸਰ ਜਿਹੜੇ ਹੈਗੇ ਆ ਨੇਤਾ ਲੋਕ ਹੈਗੇ ਆ ਉਹ ਜੇਲ੍ਹ 'ਚ ਪਾਉਣਾ ਜਾਣਦੇ, ਜੇਲ੍ਹ 'ਚੋਂ ਕੱਢਣਾ ਨਹੀਂ ਜਾਣਦੇ। ਤੁਹਾਡੇ ਪਰਿਵਾਰ ਨੇ ਜਿਹੜਾ ਹੈਗਾ ਹਾੜ ਪਿੰਡ ਦੇ ਜਿਹੜੇ ਕੁਝ ਪਰਿਵਾਰ ਹੈ ਉਹਨਾਂ ਦੀ ਭਲਾਈ ਲਈ ਕੋਈ ਸਕੀਮਾਂ ਆਪਣੇ ਤੌਰ ਤੇ ਵੀ ਕੁਝ ਕੀਤਾ, ਕੀ ਕਹੋਗੇ ਇਹਦੇ ਬਾਰੇ? ਹਾਂਜੀ ਸਰ, ਮੇਰੇ ਪਰਿਵਾਰ ਦਾ ਕੀ ਸੀਗਾ ਕਿ ਸਾਡੇ ਸਰ ਫੈਮਿਲੀ 'ਚ ਕੋਈ ਬੇਸ਼ੱਕ ਰਾਜਨੀਤੀ 'ਚ ਨਹੀਂ ਸੀਗਾ, ਲੇਕਿਨ ਸਰ ਸਮਾਜ ਸੇਵਾ ਜਿਹੜੀ ਆ ਉਹ
ਸ਼ੁਰੂ ਤੋਂ ਚੱਲਦੀ ਆ ਰਹੀ ਸੀਗੀ। ਮੇਰੇ ਦਾਦਾ ਜੀ ਸਰ, ਸਾਡੇ ਪਿੰਡ 'ਚ ਸਕੂਲ ਸੀਗਾ, ਸਰਕਾਰੀ ਸਕੂਲ। ਉਹ ਸਰ, ਉਹ ਸਕੂਲ ਦੀ ਲੈਂਡ ਜਿਹੜੀ ਹੈ ਮੇਰੇ ਦਾਦਾ ਜੀ ਨੇ ਪੂਰੀ ਡੋਨੇਟ ਕੀਤੀ ਹੋਈ ਹੈ, ਜਿਹੜੀ ਕਿ 7-8 ਕਿੱਲੇ ਲੈਂਡ ਹੋਊਗੀ ਸਕੂਲ ਦੀ। ਤੇ ਸਰ ਉਸ ਤੋਂ ਓਕੇ। ਬਾਅਦ ਮੇਰੇ ਦਾਦਾ ਜੀ ਨੇ ਸਾਡੇ ਪੰਚਾਇਤ ਦੇ ਨਾਲ ਹੀ ਇੱਕ ਪੰਚਾਇਤ ਪੈਂਦੀ ਹੈ, ਤੇ ਸਰ ਉੱਥੇ ਸਰ ਹਰੀਜਨ ਬਸਤੀ ਬਸਾਈ ਹੈ ਮੇਰੇ ਦਾਦਾ ਜੀ ਨੇ, ਮੁਸਲਿਮ ਬਸਤੀ ਬਸਾਈ ਹੈ। ਤੇ ਮਤਲਬ ਇਹ ਜਿਹੜੇ ਸਮਾਜਿਕ ਕੰਮ ਸੀਗੇ, ਲੋਕ ਸੇਵਾ ਵਾਲੇ ਕੰਮ, ਇਹ ਤਾਂ ਸਰ ਸ਼ੁਰੂ ਤੋਂ ਚੱਲਦੇ ਹੀ ਆ ਰਹੇ ਸੀਗੇ। ਤੇ ਬਾਕੀ ਜਦੋਂ ਆਪਾਂ ਸਰਪੰਚ ਬਣੇ, ਫਿਰ ਹੁਣ ਸਰ ਸਰਪੰਚ ਬਣ ਗਏ, ਜ਼ਿੰਮੇਵਾਰੀ ਆ ਗਈ, ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਪਹਿਲੇ ਕੰਮ ਸੀਗੇ ਲੋਕ ਸੇਵਾ ਦੇ, ਸਮਾਜ ਸੇਵਾ ਦੇ, ਸਰ ਉਹ ਫਿਰ ਆਪਾਂ ਉਵੇਂ ਹੀ ਜਾਰੀ ਰੱਖੇ। ਜਿੱਦਾਂ ਜਿੱਦਾਂ ਸਾਨੂੰ ਕੋਈ ਵੀ ਹੈਲਪ ਲਈ ਕਹਿੰਦਾ, ਇਹ ਨਹੀਂ ਹੈ ਕਿ ਸਿਰਫ ਸਾਡੀ ਪੰਚਾਇਤ ਦੇ ਹੀ ਲੋਕ, ਸਰ ਸਾਡੀ ਪੰਚਾਇਤ ਤੋਂ ਇਲਾਵਾ ਵੀ ਜਿਹੜੇ ਵੀ ਲੋਕ ਸਾਡੇ ਕੋਲ ਆਉਂਦੇ ਆ ਸਰ, ਆਪਾਂ ਜਿੰਨੀ ਉਹਨਾਂ ਦੀ ਮਦਦ ਕਰ ਸਕਦੇ ਆਪਾਂ ਉਨੀ, ਮਤਲਬ ਵੱਧ ਤੋਂ ਵੱਧ ਮਦਦ ਉਹਨਾਂ ਦੀ ਕਰਦੇ ਆ। ਪਲਵੀ, ਪਿੰਡ ਦੇ ਵਿਕਾਸ ਲਈ ਮੈਂ ਸੰਖੇਪ 'ਚ ਜਾਣਨਾ ਚਾਹਾਂਗਾ ਕੀ ਖਾਸ ਫੋਕਸ ਰੱਖਿਆ ਕਿ ਆਹ ਗੱਲਾਂ ਤਾਂ ਪਿੰਡ 'ਚ ਹੋਣੀਆਂ ਚਾਹੀਦੀਆਂ? ਜੀ, ਤੇ ਸਰ ਜਿਵੇਂ ਗੱਲਾਂ ਦੀ ਤੁਸੀਂ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ, ਤੇ ਸਰ ਪਹਿਲੇ ਜਦੋਂ ਮੈਂ ਸਰਪੰਚ ਬਣੀ ਸੀ ਨਾ, ਨਵੇਂ ਜਦੋਂ ਆਪਾਂ ਬਣੇ ਆ, ਤੇ ਸਰ ਸਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀਗਾ। ਹਾੜਾ ਮਤਲਬ ਕਿੱਥੇ ਹੈ ਇਹ ਪਿੰਡ ਹਾੜਾ? ਤੇ ਸਰ ਇੱਕ ਪਿੰਡ ਦੀ ਪਹਿਚਾਨ ਹੋਣੀ ਬਹੁਤ ਜ਼ਰੂਰੀ ਸੀਗੀ, ਜਿਹੜਾ ਮੇਰੇ ਲਈ ਸਭ ਤੋਂ ਪਹਿਲਾ ਕੰਮ ਸੀਗਾ ਕਿ ਸਰ ਸਾਡੇ ਪਿੰਡ ਦੇ ਲੋਕਾਂ ਨੂੰ ਜਾਂ ਨੇੜੇ ਤੇੜੇ ਦੇ ਪਿੰਡ ਦੇ ਲੋਕਾਂ ਨੂੰ ਸਿਰਫ ਇੰਨੀ ਗੱਲ ਨਹੀਂ ਪਤਾ ਸੀਗੀ ਕਿ ਸਾਡੀ ਪੰਚਾਇਤ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਆ ਕੇ। ਤੇ ਸਰ ਪਹਿਲਾ ਜਿਹੜਾ ਮੇਰਾ ਕੰਮ ਸੀਗਾ, ਮੈਂ ਸਰ ਆਪਣੀ ਪੰਚਾਇਤ ਦੇ ਐਂਟਰੈਂਸ ਗੇਟ ਤੇ ਐਗਜ਼ਿਟ ਗੇਟ ਤੇ ਸਰ ਪਹਿਲੇ ਤਾਂ ਗੇਟ ਲਗਵਾਏ ਉੱਥੇ ਸਰ, ਜਿੱਥੇ ਕਿ ਪਤਾ ਲੱਗੇ ਲੋਕਾਂ ਨੂੰ ਕਿ ਇੱਥੋਂ ਹਾੜਾ ਪੰਚਾਇਤ ਸ਼ੁਰੂ ਹੁੰਦੀ ਹੈ ਤੇ ਇੱਥੇ ਆ ਕੇ ਖਤਮ ਹੁੰਦੀ ਹੈ। ਤੇ ਉਹ ਤੋਂ ਬਾਅਦ ਸਰ ਹਰ ਵਾਰਡ 'ਚ ਮੈਂ ਵਾਰਡ ਵਾਈਜ਼ ਮਤਲਬ ਬੋਰਡ ਲਗਵਾਏ ਕਿ ਇਹ ਵਾਰਡ ਹੈ, ਇੱਥੇ ਇਹ ਮੈਂਬਰ ਹੈ, ਉਹਨਾਂ ਦਾ ਮੋਬਾਈਲ ਨੰਬਰ, ਸਰਪੰਚ ਦਾ ਮੋਬਾਈਲ ਨੰਬਰ, ਕਿ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ, ਜੇ ਕੋਈ ਰਸਤੇ 'ਚੋਂ ਨਿਕਲ ਵੀ ਰਿਹਾ ਹੈ, ਕਈ ਵਾਰ ਕੋਈ ਐਵੇਂ ਦੇ ਹਾਦਸੇ ਪਿੰਡਾਂ 'ਚ ਹੋ ਜਾਂਦੇ ਨੇ ਕਿ ਮੌਕੇ ਤੇ ਹਰ ਵਾਰਡ ਦੇ ਬਾਹਰ ਇੱਕ ਬੋਰਡ ਲੱਗਿਆ ਹੋਵੇ, ਤਾਂ ਕਿਸੇ ਨੂੰ ਵੀ ਲੋੜ ਪਏ, ਸਿਰਫ ਇਹ ਨਹੀਂ ਕਿ ਸਾਡੇ ਪਿੰਡ ਦੇ ਬੰਦੇ ਨੂੰ ਹੀ ਲੋੜ ਪੈ ਸਕਦੀ ਹੈ, ਸਰਪੰਚ ਜਾਂ ਪੰਚ ਦੀ, ਤੇ ਜਿਹੜਾ ਵੀ ਕੋਈ ਆਏ, ਉਹਨਾਂ ਨੂੰ ਕਦੀ ਹੈਲਪ ਦੀ ਜ਼ਰੂਰਤ ਪੈਂਦੀ, ਉਹ ਕਦੀ ਵੀ ਸਾਨੂੰ ਕਾਲ ਕਰਨ। ਤੇ ਸਰ ਆਪਾਂ ਇਦਾਂ ਮਤਲਬ ਇੱਕ ਮੈਂ ਪਿੰਡ ਦੀ ਪਹਿਚਾਨ ਸ਼ੁਰੂ ਕੀਤੀ ਜਿਹੜੀ ਬਣਾਉਣਾ। ਉਸ ਤੋਂ ਬਾਅਦ ਸਰ ਜੇਕਰ ਮੈਂ ਗੱਲ ਕਰਾਂ ਹੋਰ ਡਿਵੈਲਪਮੈਂਟ ਦੀ, ਤੇ ਸਰ ਪਿੰਡਾਂ 'ਚ ਦੇਖੋ ਕੰਮ ਕੀ ਹੁੰਦੇ ਆ, ਜੇਕਰ ਆਪਾਂ ਲੋਕਾਂ ਦੀ ਗੱਲ ਕਰੀਏ, ਲੋਕਾਂ ਨੇ ਸਰਪੰਚ ਤੋਂ ਕੀ ਕੰਮ ਲੈਣੇ ਆ? ਸਰ ਕੰਮ ਤਾਂ ਉਹਨਾਂ ਦਾ ਇਹੀ ਹੈ ਕਿ ਬੇਸਿਕ ਨੀਡਸ ਜਿਹੜੀਆਂ ਉਹਨਾਂ ਦੀਆਂ ਗਲੀਆਂ ਨਾਲੀਆਂ ਵਧੀਆ ਹੋਣੀਆਂ, ਉਹਨਾਂ ਦੇ ਜਿੱਥੋਂ ਉਹਨਾਂ ਨੇ 24 ਘੰਟੇ ਲੰਘਣਾ ਵੜਨਾ ਹੈ ਉਹ ਰਾਹ ਵਧੀਆ ਹੋਣ। ਤੇ ਉਸ ਤੋਂ ਵੱਧ ਸਰ ਸਰਪੰਚ ਇੱਕ ਪਿੰਡ ਦੇ ਲੋਕਾਂ ਦੀ ਕੀ ਹੈਲਪ ਕਰ ਸਕਦੇ ਨੇ, ਜੇ ਕਿਸੇ ਦਾ ਪੁਲਿਸ ਦਾ ਕੋਈ ਮਸਲਾ ਹੈ ਉੱਥੇ ਹੈਲਪ ਕਰਦੀ, ਕਿ ਮੈਂ ਆਪਣੇ ਪਿੰਡ 'ਚ ਸਰ ਪੁਲਿਸ ਨੂੰ ਐਂਟਰ ਨਹੀਂ ਕਰਨ ਦਿੰਦੀ, ਜੇਕਰ ਕੋਈ ਲੜਾਈ ਹੋਈ ਹੈ ਮੈਂ ਉਹਨੂੰ ਆਪਣੇ ਪਿੰਡ ਦੇ ਲੈਵਲ ਤੇ ਹੀ ਖਤਮ ਕਰਦੀ ਹਾਂ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾੜਾ ਪਿੰਡ ਦੀ ਸਰਪੰਚ ਕੁੜੀ ਨਾਲ ਬਾਕੀ ਰਹਿੰਦੇ ਸਵਾਲਾਂ ਦਾ ਲਵਾਂਗੇ ਜਵਾਬ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਹਾੜਾ ਪਿੰਡ ਦੀ ਨੌਜਵਾਨ ਸਰਪੰਚ ਕੁੜੀ ਪਲਵੀ, ਜਿਸ ਮੁੱਦੇ ਤੇ ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਪਿੰਡ ਦੀ ਜ਼ਮੀਨ ਵੀ ਨਹੀਂ ਹੈ, ਪੰਚਾਇਤ ਦੀ ਮੁਸ਼ਕਲਾਂ ਵੀ ਹੈ ਆਰਥਿਕ ਤੌਰ ਦੇ ਬਾਵਜੂਦ ਵੀ ਪਿੰਡ ਦੇ ਵਿਕਾਸ ਲਈ ਤੁਸੀਂ ਕਈ ਪ੍ਰੋਜੈਕਟ ਲਿਆ ਰਹੇ ਹੋ, ਯਤਨ ਕਰ ਰਹੇ ਹੋ ਜੀ। ਉਹਨਾਂ ਯਤਨਾਂ ਦੇ ਬਾਰੇ ਮੈਂ ਦਰਸ਼ਕਾਂ ਲਈ ਹੋਰ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ, ਪਲਵੀ। ਜੀ ਸਰ, ਜੀ। ਤੇ ਸਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ ਜਿਹੜਾ ਹੈ ਮਤਲਬ ਜਗ੍ਹਾ ਜ਼ਮੀਨਾਂ ਦਾ ਬਹੁਤ ਜ਼ਿਆਦਾ ਰੋਲਾ ਹੁੰਦਾ ਹੈ ਕਿ ਮਤਲਬ ਭਰਾ ਵੀ ਆਪਸ 'ਚ ਲੜਦੇ ਨੇ ਜਗ੍ਹਾ ਜ਼ਮੀਨਾਂ ਪਿੱਛੇ, ਸਗੇ ਭਰਾ। ਤੇ ਸਰ ਸਾਡੇ ਕੋਲ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਸਰ ਮੈਂ ਲੋਕਾਂ ਨੂੰ ਮੋਟੀਵੇਟ ਕਰਦੀ ਹਾਂ ਬਹੁਤ ਜ਼ਿਆਦਾ ਕਿ ਮਤਲਬ ਦੇਖੋ ਪਿੰਡ 'ਚ ਕੋਈ ਵਧੀਆ ਕੰਮ ਆਊਗਾ ਤੇ ਸਾਰੇ ਪਿੰਡ ਦਾ, ਸਾਡੇ ਪਿੰਡ ਦਾ ਇੱਕ ਤਾਂ ਨਾਮ ਰੋਸ਼ਨ ਹੋਊਗਾ, ਦੂਜੀ ਗੱਲ ਇਹ ਕਿ ਸਾਰੇ ਪਿੰਡ ਦਾ ਉਹਦੇ 'ਚ ਭਲਾ ਹੋਊਗਾ। ਤੇ ਸਰ ਮੈਂ ਜਿਹੜੀ 8 ਮਰਲੇ ਦੀ ਲੈਂਡ ਡੋਨੇਟ ਕਰਵਾਈ ਇੱਕ ਫੈਮਿਲੀ ਤੋਂ, ਸਰ ਉਹ ਆਪਾਂ ਇੱਕ ਆਪਣੇ ਪਿੰਡ 'ਚ ਵਾਟਰ ਸਪਲਾਈ ਬਣਾਉਣ ਲਈ ਉਹ ਮਤਲਬ ਡੋਨੇਟ ਕਰਵਾਈ। ਉਸ ਤੋਂ ਬਾਅਦ ਸਰ ਹੁਣ ਮੈਂ ਆਪਣੇ ਪਿੰਡ 'ਚ 2 ਫੈਮਿਲੀ ਮਤਲਬ ਉਹਨਾਂ ਨਾਲ ਮਿਲ ਕੇ ਸਰ ਮੈਂ ਹਜੇ ਡਿਸਕਸ਼ਨ ਕਰ ਰਹੀ ਹਾਂ ਕਿ ਸਾਡੀ ਸਰ ਇੱਕ ਲਾਇਬ੍ਰੇਰੀ ਮੇਰਾ ਬਣਾਉਣ ਦਾ ਸੁਪਨਾ ਸੀਗਾ। ਤੇ ਸਰ ਲਾਇਬ੍ਰੇਰੀ ਪਿੰਡ 'ਚ ਹੋਵੇ ਤਾਂ ਸਰ ਜਿੱਥੇ ਮਤਲਬ ਅੱਜ ਦੇ ਬੱਚੇ ਤੁਹਾਨੂੰ ਪਤਾ ਨਸ਼ਿਆਂ 'ਚ ਜਾ ਰਹੇ ਆ, ਬਹੁਤ ਜ਼ਿਆਦਾ ਗਲਤ ਕੰਮ ਹੋ ਰਿਹਾ ਹਰ ਜਗ੍ਹਾ ਤੇ ਸਰ ਉਹੀ ਚੀਜ਼ ਮੇਰੀ ਇੱਕ ਸੋਚ ਸੀਗੀ ਕਿ ਪਿੰਡ 'ਚ ਇੱਕ ਲਾਇਬ੍ਰੇਰੀ ਹੋਵੇ। ਤਾਂ ਸਰ ਹੁਣ ਮੇਰੀ ਅਗਲਾ ਜਿਹੜਾ ਉਹ ਹੈ, ਮੈਂ ਲਾਇਬ੍ਰੇਰੀ ਤੇ ਪਾਰਕਾਂ ਵੱਲ ਮੈਂ ਥੋੜਾ ਧਿਆਨ ਦੇ ਰਹੀ ਹਾਂ। ਤੇ ਸਰ ਪਾਰਕ ਜਿਹੜੇ ਆ ਉਹ ਮਤਲਬ ਬਹੁਤ ਜਲਦੀ ਮੈਂ ਉਹਨਾਂ ਨੂੰ ਬਣਵਾ ਰਹੀ ਹਾਂ। ਆਪਣੇ ਪਿੰਡ 'ਚ ਜਗ੍ਹਾ ਨਾ ਹੋਣ ਕਰਕੇ ਵੀ ਮੈਂ ਪਾਰਕ ਬਣਵਾਉਣੇ ਨੇ, ਉਹ ਵੀ ਕਿਸੇ ਫੈਮਿਲੀ ਨਾਲ ਗੱਲਬਾਤ ਕਰਕੇ ਉਹਨਾਂ ਦੀ ਲੈਂਡ ਲੈ ਕੇ ਉੱਥੇ ਪਾਰਕ ਬਣਵਾ ਰਹੀ ਹਾਂ।
ਬਾਕੀ ਸਰ ਲਾਇਬ੍ਰੇਰੀ ਤੋਂ ਇਲਾਵਾ ਮੇਰੇ ਕੋਲ ਬਹੁਤ ਜ਼ਿਆਦਾ ਇੱਕ ਮਤਲਬ ਵੱਡਾ ਜਿਹੜਾ ਪਿੰਡ 'ਚ ਇੱਕ ਸਰ ਸਬ ਹੈਲਥ ਸੈਂਟਰ ਜਿਹੜੇ ਹੁੰਦੇ ਆ ਉਹ ਮੇਰੇ ਪਿੰਡ 'ਚ ਹੈ, ਲੇਕਿਨ ਉਹਦੀ ਜਿਹੜੀ ਬਿਲਡਿੰਗ ਹੈ ਬਹੁਤ ਜ਼ਿਆਦਾ ਪੁਰਾਣੀ ਤੇ ਮਤਲਬ ਬਹੁਤ ਜ਼ਿਆਦਾ ਮਤਲਬ ਕੰਡੀਸ਼ਨ ਅੱਛੀ ਨਹੀਂ ਸੀਗੀ ਬਿਲਡਿੰਗ ਦੀ। ਤੇ ਸਰ ਉਹਦੇ ਲਈ ਆਪਾਂ ਆਪਣੀ ਫੈਮਿਲੀ ਤੋਂ ਹੀ ਆਪਣੀ ਲੈਂਡ ਡੋਨੇਟ ਕਰ ਰਹੇ ਹਾਂ ਤੇ ਆਪਾਂ ਉੱਥੇ CHC ਸੈਂਟਰ ਬਣਵਾਵਾਂਗੇ ਸਰ, ਜਿੱਥੇ ਆਪਾਂ 10 ਬੈੱਡਸ ਦਾ ਹਸਪੀਟਲ ਬਣਵਾਵਾਂਗੇ ਆਪਣੇ ਪਿੰਡ 'ਚ। ਪਲਵੀ, ਜਿੱਦਾਂ ਤੁਸੀਂ ਪਿੰਡ ਦੇ ਵਿਕਾਸ ਦੀ ਗੱਲ ਕਰ ਰਹੇ ਆ, ਇੱਕ ਸਵਾਲ ਅਕਸਰ ਜਿਹੜਾ ਮੈਂ ਪੰਜਾਬ ਵਿਧਾਨ ਸਭਾ ਬੀਂਗ ਜਰਨਲਿਸਟ ਕਵਰ ਕਰਦਾ ਰਿਹਾ, ਉੱਥੇ ਹੀ ਇਹ ਸਵਾਲ ਆਉਂਦੇ ਹੈ ਕਿ 70-75 ਸਾਲ ਬੀਤ ਜਾਣ ਦੇ ਬਾਵਜੂਦ ਸਾਡੇ ਪਿੰਡ ਜਿਹੜੇ ਹੈਗੇ ਗਲੀਆਂ ਨਾਲੀਆਂ ਤੋਂ ਉੱਪਰ ਕਿਉਂ ਨਹੀਂ ਉੱਠ ਸਕੇ। ਜਿੱਦਾਂ ਤੁਸੀਂ ਕਿਹਾ ਕਿ 40 ਸਾਲ ਇੱਕ ਪਰਿਵਾਰ ਹੀ ਜਿਹੜਾ ਹੈਗਾ ਸਰਪੰਚੀ ਕਰਦਾ ਰਿਹਾ, ਕਦੇ ਗਲੀਆਂ ਬਣਾ ਲਈਆਂ, ਨਾਲੀਆਂ ਬਣਾ ਲਈਆਂ, ਕਦੇ ਢਾਲੀਆਂ ਫੇਰ ਬਣ ਗਈਆਂ। ਕੀ ਵਜ੍ਹਾ ਹੈਗੀ ਹੈ ਜਦੋਂ ਵਿਕਾਸ ਦਾ ਗੱਲ ਹੁੰਦੀ ਹੈ, ਵਿਕਾਸ ਦਾ ਜ਼ਿਕਰ ਹੁੰਦਾ ਹੈ, ਤਾਂ ਗਲੀਆਂ ਨਾਲੀਆਂ ਤੋਂ ਪਿੰਡ ਉੱਪਰ ਨਹੀਂ ਉੱਠਦੇ, ਇੱਥੇ ਆ ਕੇ ਗੱਲ ਰੁਕੀ ਰਹਿੰਦੀ ਹੈ 70 ਸਾਲ ਤੋਂ। ਜੀ ਸਰ, ਮੈਨੂੰ ਵੀ ਸਰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਉਹ ਸੀਗਾ ਕਿ ਸਰ ਇੱਕ ਸਰਪੰਚੀ ਹੈ ਥੋੜੀ ਹੈ ਕਿ ਸਿਰਫ ਆਪਾਂ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਰਹਿਣਾ ਹੈ। ਸਰ ਆਪਾਂ ਪਿੰਡ 'ਚ ਕੁਝ ਐਵੇਂ ਦੇ ਕੰਮ ਕਰੀਏ, ਲੇਕਿਨ ਸਰ ਇੱਕ ਹੁੰਦਾ ਨਾ ਕਿ ਹਰ ਕਿਸੇ ਦੀ ਇੱਕ ਆਪਣੀ ਸੋਚ ਹੁੰਦੀ ਹੈ। ਜਿਹੜੇ ਪਿੱਛੇ ਗਏ ਉਹ ਤਾਂ ਹੁਣ ਜਿਹੜਾ ਟਾਈਮ ਹੋ ਗਿਆ ਸਰ ਉਹ ਹੋ ਗਿਆ, ਲੇਕਿਨ ਹੁਣ ਜਦੋਂ ਮੈਂ ਪਿੰਡ ਦੀ ਸਰਪੰਚ ਬਣੀ ਆ ਸਰ, ਮੇਰੀ ਥਿੰਕਿੰਗ ਇਹ ਨਹੀਂ ਹੈ ਕਿ ਮੈਂ ਸਿਰਫ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਰਹਿਣਾ ਹੈ। ਮੇਰੀ ਥਿੰਕਿੰਗ ਇਹ ਹੈ ਸਰ ਕਿ ਮੈਂ ਆਪਣੇ ਪਿੰਡ ਨੂੰ ਹਰ ਲੈਵਲ ਤੇ ਹਰ ਉਹ ਮਤਲਬ ਸਰ ਸੋਚ ਹੁੰਦੀ ਹੈ ਤੇ ਸਰ ਮੇਰੀ ਸੋਚ ਇਹ ਸੀਗੀ ਕਿ ਕਿਸੇ ਵੀ ਤਰ੍ਹਾਂ ਤੇ ਮੈਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਵਾਂ। ਤੇ ਸਰ ਇਹੀ ਚੀਜ਼ ਕਿ ਜਿੱਥੇ ਦੇਖੋ ਸਰ ਸਾਡਾ ਹੀ ਪਿੰਡ ਹੈ ਜਿੱਥੇ ਸਰ ਲੇਡੀਜ਼ ਜਿਹੜੀਆਂ ਸਾਡੇ ਕੋਲ ਪਹਿਲੇ ਵੀ ਸਰਪੰਚੀ ਰਹੀ ਹੈ ਤੇ ਸਰ ਅੱਜ ਤੱਕ ਉੱਥੇ ਆਪਾਂ ਕਦੀ ਇਹ ਨਹੀਂ ਦੇਖਿਆ ਕਿ ਮਨਰੇਗਾ 'ਚ ਜਦ ਕਿ ਲੇਡੀਜ਼ ਵੀ ਵਰਕਰ ਹੁੰਦੀਆਂ ਨੇ, ਜੈਂਟਸ ਵੀ ਹੁੰਦੇ ਨੇ, ਲੇਕਿਨ ਸਰ ਜਦੋਂ ਤੋਂ ਮੈਂ ਸਰਪੰਚ ਬਣੀ ਆ ਮੈਂ ਮੋਸਟਲੀ ਆਪਣੇ ਪਿੰਡ ਦੀ ਲੇਡੀਜ਼ ਨੂੰ ਹੀ ਰੋਜ਼ਗਾਰ ਦਿੱਤਾ ਹੈ ਮਨਰੇਗਾ 'ਚ, ਕਿ ਪਿੰਡ ਦੀ ਜਿਹੜੀਆਂ ਲੇਡੀਜ਼ ਨੇ ਉਹ ਵੀ ਘਰੋਂ ਬਾਹਰ ਨਿਕਲ ਕੇ ਸਰ ਕੰਮ ਕਰ ਸਕਦੀਆਂ ਨੇ। ਤੇ ਬਹੁਤ ਜ਼ਿਆਦਾ ਖੁਸ਼ ਨੇ ਸਾਡੇ ਪਿੰਡ ਦੀਆਂ ਲੇਡੀਜ਼ ਵੀ ਇਸ ਗੱਲੋਂ ਕਿ ਮੈਂ ਉਹਨਾਂ ਨੂੰ ਮੌਕਾ ਦਿੱਤਾ। ਉਹ ਮੈਨੂੰ ਕਹਿੰਦੇ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਘਰੋਂ ਬਾਹਰ ਨਿਕਲਣ ਦਾ। ਸਰ ਮੈਂ ਆਪਣੇ ਪਿੰਡ 'ਚ ਸੈਲਫ ਹੈਲਪ ਗਰੁੱਪਸ ਬਣਵਾਏ ਜਿੱਥੋਂ ਦੇਖੋ ਹਰ ਕਿਸੇ ਦੀ ਇੱਕ ਮੈਂਟੈਲਿਟੀ ਜਿਹੜੀ ਚੇਂਜ ਹੁੰਦੀ ਆ। ਤੇ ਸਰ ਮੇਰੇ ਪਿੰਡ ਦੀ ਹੀ ਲੇਡੀ ਸੈਲਫ ਹੈਲਪ ਗਰੁੱਪ 'ਚ ਨੈਸ਼ਨਲ ਅਵਾਰਡ ਲਿਆ ਉਹਨਾਂ ਨੇ 2019 'ਚ। ਤੇ ਸਰ ਬਹੁਤ ਜ਼ਿਆਦਾ ਵਧੀਆ ਗੱਲ ਹੈ। ਤੇ ਮੁਬਾਰਕ ਪਲਵੀ, ਮੁਬਾਰਕ ਤੁਹਾਨੂੰ ਸਾਡੇ ਦਰਸ਼ਕਾਂ ਵੱਲੋਂ, ਸਾਡੀ ਟੀਮ ਵੱਲੋਂ ਕਿ ਤੁਹਾਡਾ ਪਿੰਡ ਕੌਮੀ ਪੱਧਰ ਤੇ ਰੁਸ਼ਨਾਇਆ ਜਾ ਰਿਹਾ ਹੈ। ਜੀ ਜੀ ਜੀ। ਤੇ ਪਲਵੀ, ਇਦਾਂ ਦਾ ਇੱਕ ਸਵਾਲ ਜਿਹੜਾ ਹੈਗਾ, ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰੋ ਪਲੀਜ਼। ਜੀ ਸਰ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੀ ਜਿਹੜੀ ਸੋਚ ਹੈ ਸਰ ਉਹ ਗਲੀਆਂ ਨਾਲੀਆਂ ਤੋਂ ਹਟ ਕੇ ਹੈ ਕਿ ਮੈਂ ਆਪਣੇ ਪਿੰਡ 'ਚ ਹਰ ਉਹ ਚੀਜ਼ ਅਵੇਲੇਬਲ ਕਰਾਂ ਜਿਹੜੇ ਕਿ ਮੇਰੇ ਪਿੰਡ ਦੇ ਲੋਕਾਂ ਨੂੰ ਪਿੰਡ ਤੋਂ ਬਾਹਰ ਜਾ ਕੇ ਨਾ ਮਤਲਬ ਉਹ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਸਰ ਸਾਡਾ ਪਿੰਡ ਜਿਹੜਾ ਸਾਡੇ ਜਿੱਦਾਂ ਸ਼ਹਿਰ ਕਹਿ ਲਓ, ਸ਼ਹਿਰ ਤੋਂ ਸਰ 17-18 ਕਿਲੋਮੀਟਰ ਦੀ ਦੂਰੀ ਤੇ ਹੈ। ਤੇ ਸਰ ਆਪਣੀ ਮੇਰੀ ਸੋਚ ਇਹ ਸੀਗੀ ਕਿ ਇੱਕ ਛੋਟਾ ਜਿਹਾ ਹਸਪੀਟਲ ਮੇਰੇ ਪਿੰਡ 'ਚ ਹੋਏਗਾ ਤੇ ਜਿਹੜੇ ਪਿੰਡ ਦੇ ਦੇਖੋ ਸਰ ਮੋਸਟਲੀ ਜਿਹੜੇ ਸਾਡੇ ਧਾਰ ਬਲਾਕ ਦੀ ਅਗਰ ਗੱਲ ਕਰਦੇ ਆ ਤੇ ਲੋਕ ਸਰ ਕੋਈ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹੈਗੇ ਇੱਥੇ, ਤੇ ਹਰ ਕੋਈ ਸਰ ਇੱਕ ਮੱਧ ਵਰਗ ਤੋਂ ਹੀ ਬਿਲੋਂਗ ਕਰਦਾ ਹੈ। ਤੇ ਸਰ ਮੇਰੀ ਸੋਚ ਸੀਗੀ ਕਿ ਸਾਡੇ ਹੀ ਪਿੰਡ 'ਚ ਇੱਕ ਹਸਪੀਟਲ ਹੋਵੇ ਤਾਂ ਕਿ ਮੇਰੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਿੰਡੋਂ ਬਾਹਰ ਨਾ ਜਾਣ। ਦੂਜੀ ਗੱਲ ਸਰ ਲੇਡੀਜ਼ ਲਈ ਰੁਜ਼ਗਾਰ ਲਿਆਉਣ ਦੀ ਗੱਲ, ਸਰ ਲੇਡੀਜ਼ ਨੂੰ ਮਨਰੇਗਾ 'ਚ 100% ਰੁਜ਼ਗਾਰ ਦੇ ਰਹੀਆਂ ਜਿੱਥੇ ਉਹ ਆਪਣਾ ਘਰ ਵੀ ਚਲਾ ਰਿਹਾ ਹੈ ਨਾਲ ਸਰ ਆਪਣਾ ਬਾਹਰ ਨਿਕਲ ਕੇ ਕੰਮ ਵੀ ਕਰ ਰਹੀਆਂ ਨੇ। ਦੂਜੀ ਗੱਲ ਉਹ ਸੈਲਫ ਹੈਲਪ ਗਰੁੱਪਸ ਜਿਹੜੇ ਨੇ ਉਹ ਵੀ ਚਲਾ ਰਹੀਆਂ ਨੇ ਤੇ ਸਰ ਉਹਨਾਂ ਨੂੰ ਦੇਖੋ ਸੈਲਫ ਹੈਲਪ ਗਰੁੱਪਸ ਜ਼ਰੂਰੀ ਨਹੀਂ ਹੈ ਕਿ ਆਪਾਂ ਸਰ ਕੁਝ ਜਿਵੇਂ ਹੁੰਦਾ ਨਾ ਕਿ ਸਰ ਲੋਕ ਚੀਜ਼ਾਂ ਬਣਾ ਕੇ ਵੇਚਦੇ ਨੇ, ਲੇਕਿਨ ਸਰ ਸੈਲਫ ਹੈਲਪ ਗਰੁੱਪ ਨਾਲ ਹੋਰ ਵੀ ਬਹੁਤ ਫਾਇਦੇ ਨੇ ਜਿਹੜੇ ਆਪਾਂ ਮਤਲਬ ਲੇਡੀਜ਼ ਨੂੰ ਦਿੱਤੇ ਹੈ। ਤੇ ਉਸ ਤੋਂ ਇਲਾਵਾ ਸਰ ਪਿੰਡ ਦੀ ਜੀ ਪਲਵੀ, ਪਿੰਡ ਦੇ ਵਿਕਾਸ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਆਪਣੀ ਵਿਕਾਸ ਦੀ ਗੱਲ ਵੀ ਜ਼ਰੂਰ ਕਰਿਓ, ਪਰ ਨਾਲ ਮੈਂ ਇੱਕ ਸਵਾਲ ਵੀ ਤੁਹਾਡੇ ਲੈਣਾ ਚਾਹਾਂਗਾ। ਜਦੋਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ, ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ, ਪਲਵੀ ਮੈਂ ਇਸ ਕਰਕੇ ਸਵਾਲ ਲੈ ਰਿਹਾ ਹਾਂ ਕਿ ਤੁਸੀਂ ਕੌਮੀ ਪੱਧਰ ਤੇ ਜਿਹੜਾ ਸਭ ਤੋਂ ਛੋਟੀ ਉਮਰ ਦੇ ਯੁਵਾ ਸਰਪੰਚ ਹੋ। ਇਸ ਵੇਲੇ ਸਾਡੇ ਦੇਸ਼ ਦੇ ਅੰਦਰ, ਖਾਸ ਤੌਰ ਤੇ ਪੰਜਾਬ ਦੀ ਗੱਲ ਕਰ ਲਈਏ ਤਾਂ ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ। ਮੀਡੀਆ 'ਚ ਅਕਸਰ ਅਸੀਂ ਹੈਡਲਾਈਨਾਂ ਪੜ੍ਹਦੇ ਰਹਿੰਦੇ ਹਾਂ ਕਿ ਜਹਾਜ਼ਾਂ ਦੇ ਜਹਾਜ਼ ਜਿਹੜੇ ਹੈਗੇ ਭਰ ਕੇ ਦੂਜੇ ਮੁਲਕਾਂ ਨੂੰ ਜਾ ਰਹੇ ਆ। ਕੀ ਵਜ੍ਹਾ ਹੈਗੀ ਆ? ਤੁਹਾਨੂੰ ਲੱਗਦਾ ਨਹੀਂ ਕਿ ਸਾਡਾ ਨੌਜਵਾਨ ਜਿਹੜਾ ਹੈਗਾ ਸਾਡੇ ਮੁਲਕ 'ਚ, ਸਾਡੇ ਪੰਜਾਬ 'ਚ ਹੀ ਰਹਿਣਾ ਚਾਹੀਦਾ ਹੈ? ਰੁਜ਼ਗਾਰ ਦੀ ਸਮੱਸਿਆ ਕਿਉਂ ਆਵੇ? ਇਹਦੇ ਬਾਰੇ ਕਿਵੇਂ ਸੋਚਦੇ ਹੋ? ਜੀ ਸਰ, ਇਹਦੇ ਬਾਰੇ ਮੇਰੀ ਵੀ ਥਿੰਕਿੰਗ ਹੈ ਸਰ। ਜਦ ਕਿ ਮੈਂ ਸਰਪੰਚ ਬਣਨ ਤੋਂ ਪਹਿਲੇ ਮੇਰਾ ਵੀ ਇਹੀ ਸੀਗਾ ਕਿ ਮੈਂ ਪੜ੍ਹ ਕੇ ਬਾਹਰ ਹੀ ਜਾਣਾ ਹੈ।
ਸਰ ਸਾਡੇ ਇੱਧਰ ਦੇ ਲੋਕਾਂ ਦੀ ਸੋਚ ਇਹ ਹੁੰਦੀ ਹੈ, ਜਿੱਦਾਂ ਕਿ ਮੈਂ ਦੇਖਦੀ ਹਾਂ, ਹਰ ਕੋਈ ਇਹ ਸਰ ਆਪਣੇ ਮਨ 'ਚ ਸੋਚਦਾ ਹੈ ਕਿ ਆਪਾਂ ਵਧੀਆ ਕਮਾਵਾਂਗੇ, ਆਪਾਂ ਬਾਹਰ ਜਾਈਏ ਤੇ ਸਾਡੀ ਫੈਮਿਲੀ ਜਿਹੜੀ ਹੈ ਵਧੀਆ, ਮਤਲਬ ਇੱਕ ਸਾਡੇ ਪਿੱਛੋਂ ਜਦੋਂ ਆਪਾਂ ਸੈਟਲ ਹੋ ਜਾਾਂਗੇ ਉੱਥੇ, ਤੇ ਵਧੀਆ ਮਤਲਬ ਉੱਥੇ ਪਿੱਛੇ ਸਾਡੀ ਫੈਮਿਲੀ ਵਧੀਆ ਰਹੂਗੀ। ਲੇਕਿਨ ਸਰ ਹੁਣ ਜਿਹੜੀ ਮੇਰੀ ਸੋਚ ਹੈ ਬਹੁਤ ਜ਼ਿਆਦਾ ਚੇਂਜ ਹੋ ਰਹੀ ਹੈ ਕਿ ਜਿਹੜੇ ਸਾਡੇ ਇੱਧਰ ਦੇ ਲੋਕ ਪੰਜਾਬ ਦੇ, ਕਿਉਂਕਿ ਇੱਕ ਪੰਜਾਬੀ ਇਹ ਸਾਡੇ ਐਸੇ ਨੇ ਜਿਹੜੇ ਹਰ ਮੁਲਕ 'ਚ, ਹਰ ਦੇਸ਼ 'ਚ ਸਾਨੂੰ ਮਿਲਣਗੇ, ਤੇ ਬਹੁਤ ਜ਼ਿਆਦਾ ਮਤਲਬ ਇੱਕ ਪੰਜਾਬੀਆਂ 'ਚ ਕਰੇਜ਼ ਹੈ ਬਾਹਰ ਜਾਣ ਦਾ। ਲੇਕਿਨ ਸਰ ਹੁਣ ਮੇਰੀ ਸੋਚ ਜੋ ਹੈ ਬਾਹਰ ਜਾਣ ਲਈ ਬਹੁਤ ਜ਼ਿਆਦਾ ਚੇਂਜ ਹੋਈ ਹੈ, ਉਹ ਇਸ ਕਰਕੇ ਕਿ ਸਰ ਜੇਕਰ ਆਪਾਂ ਸਾਰੇ ਹੀ ਬਾਹਰ ਜਾਈ ਜਾਵਾਂਗੇ, ਸਰ ਜਿੰਨੇ ਵੀ ਨੌਜਵਾਨ ਨੇ ਸਾਰੇ ਬਾਹਰ ਨਿਕਲ ਰਹੇ ਨੇ, ਤੇ ਸਰ ਇਸ ਕਰਕੇ ਸਾਡੇ ਪਿੱਛੇ ਤਾਂ ਸਰ ਹਾਲਾਤ ਬੁਰੇ ਹੀ ਹੁੰਦੇ ਜਾਣੇ ਆ। ਕਿਉਂਕਿ ਇੱਕ ਜਿਹੜੀ ਪੁਰਾਣੀ ਸੋਚ ਤੇ ਇੱਕ ਨਵੀਂ ਸੋਚ ਬਹੁਤ ਜ਼ਿਆਦਾ ਅੰਤਰ ਹੈ। ਜਿਹੜੇ ਅੱਜ ਦੇ ਬੱਚੇ ਆ ਉਹਨਾਂ ਦਾ ਵਿਜ਼ਨ ਤੇ ਜਿਹੜੇ ਅੱਜ ਤੋਂ ਮਤਲਬ ਜਿਹੜੇ ਸਾਡੇ ਤੋਂ ਪਿੱਛੇ ਸਾਡੇ ਬਜ਼ੁਰਗ ਬੈਠੇ ਆ, ਸਿਆਣੇ ਬੈਠੇ ਆ, ਠੀਕ ਹੈ, ਉਹ ਤਜਰਬਾ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ, ਲੇਕਿਨ ਸਰ ਉਹਨਾਂ ਦਾ ਵਿਜ਼ਨ ਜਿਹੜਾ ਉਹ ਕਿਸੇ ਹੱਦ ਤੱਕ ਆ ਕੇ ਰੁਕ ਜਾਂਦਾ ਹੈ। ਤੇ ਸਰ ਉਹੀ ਬੱਚਿਆਂ ਦੀ ਜਿਹੜੀ ਸੋਚ ਹੈ, ਤੇ ਸਰ ਬਾਹਰ ਜਾਣਾ ਇੱਕ ਹਰ ਕੋਈ ਸਰ ਇਹੀ ਇਸ ਕਰਕੇ ਬਾਹਰ ਵੱਲ ਕਦਮ ਚੁੱਕਦਾ ਹੈ ਕਿ ਸਾਡੀ ਫੈਮਿਲੀ ਪਿੱਛੋਂ ਓਕੇ ਸੁਖਾਲਾ ਜੀਵਨ ਜੀਵੇ। ਲੇਕਿਨ ਜੀ। ਸਰ ਬਾਹਰ ਜਾਣਾ ਹੀ ਇਸ ਚੀਜ਼ ਦਾ ਹੱਲ ਨਹੀਂ ਹੈ। ਤੇ ਬੇਰੁਜ਼ਗਾਰੀ ਜੇਕਰ ਮੈਂ ਦੇਖਾਂ ਤੇ ਸਰ ਬੇਰੁਜ਼ਗਾਰੀ ਇਸ ਟਾਈਮ ਤੇ ਬਹੁਤ ਜ਼ਿਆਦਾ, ਜਿਹੜੀ ਸਾਡੇ ਪੂਰੇ ਏਰੀਆ 'ਚ ਹੀ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ। ਤੇ ਸਰ ਮੇਰੀ ਥਿੰਕਿੰਗ ਇਹ ਹੈ, ਕਿਉਂ ਨਾ ਕਿ ਆਪਾਂ ਮਤਲਬ ਜਿੱਦਾਂ ਹੁਣ ਸਰਪੰਚ ਜਾਂ MLA ਜੋ ਵੀ ਹੁੰਦੇ ਆ ਸਰ, ਇੱਕ ਰਾਜਨੀਤਿਕ ਬੰਦੇ ਦੀ ਇਹ ਸੋਚ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਏਰੀਏ 'ਚ ਅਗਰ ਕੋਈ ਵੀ ਕੰਮ ਕਰ ਰਹੇ ਨੇ, ਉਹ ਇਦਾਂ ਦਾ ਕੰਮ ਕਰਨ ਕਿ ਉਹ ਏਰੀਏ 'ਚ ਕੋਈ ਨਾ ਕੋਈ ਇਦਾਂ ਦਾ ਰੁਜ਼ਗਾਰ ਲਿਆ ਕੇ ਉਹ ਕਰ ਦੇਣ, ਸੈੱਟ ਕਰ ਦੇਣ ਕਿ ਜੀ ਜਿਹੜੇ ਏਰੀਆ ਦੇ ਲੋਕ ਪਲਵੀ, ਨੇ ਉਹਨਾਂ ਨੂੰ ਆਪਣਾ ਸ਼ਹਿਰ ਛੱਡ ਕੇ ਵੀ ਬਾਹਰ ਨਾ ਜਾਣਾ ਪਵੇ, ਤੇ ਆਪਣੇ ਸ਼ਹਿਰ 'ਚ ਓਕੇ ਹੀ ਰਹਿ ਕੇ ਉਹ ਕੰਮ ਕਰਨ। ਜੀ ਪਲਵੀ, ਸਮੇਂ ਦੇ ਲਿਹਾਜ਼ ਨਾਲ ਮੈਂ ਇੱਕ ਸਵਾਲ ਹੋਰ ਜ਼ਰੂਰ ਲੈਣਾ ਚਾਹਾਂਗਾ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡਾ ਕਿਸਾਨੀ ਅੰਦੋਲਨ ਕੌਮੀ ਪੱਧਰ ਤੇ ਹੈ, ਤਾਂ ਪਿਛੋਕੜ ਦੇਖਿਆ ਜਾਵੇ ਤਾਂ ਪੰਜਾਬ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਜਿਸ ਇਲਾਕੇ 'ਚ ਬੈਠੇ ਹੋ, ਪਠਾਨਕੋਟ, ਜੀ ਗੁਰਦਾਸਪੁਰ, ਧਾਰ ਬਲਾਕ, ਇਹ ਸਾਰਾ ਅਕਸਰ ਮੰਨਿਆ ਜੀ ਜਾਂਦਾ ਹੈ ਕਿ ਭਾਜਪਾ ਡੋਮੀਨੇਟਡ ਇਲਾਕਾ ਹੈਗਾ। ਕੀ ਤੁਹਾਡੇ ਇਸ ਜੀ ਖੇਤਰ ਦੇ ਵਿੱਚ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਉਹਨੂੰ ਕੋਈ ਹਮਾਇਤ ਹੈ ਕਿਸਾਨਾਂ ਦੀ? ਜੀ ਜੀ ਸਰ, ਬਿਲਕੁਲ ਹੈ ਸਰ। ਦੇਖੋ ਸਾਡੇ ਅਗਰ ਏਰੀਏ ਦੀ ਗੱਲ ਕਰੀਏ ਤਾਂ ਬੇਸ਼ੱਕ ਸਰ ਭਾਜਪਾ ਦਾ ਜਿਹੜਾ ਇੱਥੇ ਜਿੱਦਾਂ ਵੀ ਆਪਾਂ ਕਹਿ ਲਓ, ਲੇਕਿਨ ਸਰ ਇੰਨਾ ਮਤਲਬ ਇੱਕ ਕਿਸਾਨੀ ਅੰਦੋਲਨ ਸਿਰਫ ਇਹ ਸਾਡੇ ਏਰੀਏ 'ਚ ਹੀ ਨਹੀਂ, ਮਤਲਬ ਪੂਰੇ ਪੰਜਾਬ 'ਚ, ਕਿ ਇਸ ਟਾਈਮ ਤੇ ਉਹ ਪੂਰੇ ਇੰਡੀਆ 'ਚ ਮਤਲਬ ਬਹੁਤ ਜ਼ਿਆਦਾ ਹਾਈਲਾਈਟਡ ਹੈ ਸਾਡਾ ਕਿਸਾਨੀ ਮੁੱਦਾ ਜਿਹੜਾ ਹੈ। ਤਾਂ ਸਰ ਸਾਡੇ ਏਰੀਏ ਦੀ ਗੱਲ ਕਰਾਂ ਤੇ ਸਰ ਵੈਸੇ ਤਾਂ ਜਿਹੜੇ ਸਾਡੇ ਏਰੀਏ ਦੇ ਜਿਹੜੇ ਕਿਸਾਨ ਨੇ ਸਰ, ਬੜੇ ਮਾਈਗ੍ਰੇਂਟਸ ਦੇ ਫਾਰਮਰਸ ਨੇ ਇੱਥੇ, ਕਿ ਮਤਲਬ ਇੰਨੀ ਜ਼ਿਆਦਾ ਜਗ੍ਹਾ ਜ਼ਮੀਨਾਂ ਵਾਲੇ ਫਾਰਮਰਸ ਨਹੀਂ ਨੇ, ਬਟ ਫਿਰ ਵੀ ਸਰ 100% ਦੇ ਰਹੇ ਨੇ ਸਾਡੇ ਇੱਥੋਂ ਦੇ ਲੋਕ ਵੀ ਕਿਸਾਨੀ ਬਿੱਲ ਦੇ ਮਤਲਬ ਅੰਦੋਲਨ ਜਿਹੜਾ ਸਾਡਾ ਹੁਣ ਚੱਲ ਰਿਹਾ ਉਹਦੇ 'ਚ ਵੀ ਸਾਥ ਦੇ ਰਹੇ ਨੇ। ਤੇ ਉਸ ਤੋਂ ਇਲਾਵਾ ਸਰ ਓਕੇ ਮਤਲਬ ਪੂਰਾ ਮਤਲਬ ਕਿਸਾਨੀ ਬਿੱਲ ਜਿਹੜੇ ਇਹਨਾਂ ਨੇ ਪਾਸ ਕੀਤੇ ਨੇ ਸਰ, ਇਹਨਾਂ ਦੇ ਖਿਲਾਫ ਨੇ। ਬਾਕੀ ਸਰ ਸਾਡਾ ਜਿਹੜਾ ਓਕੇ ਏਰੀਆ ਹੈ ਇੱਥੋਂ ਸਰ ਗੱਲ ਕਰਦੇ ਹਾਂ ਆਪਾਂ, ਤੇ ਸਰ ਕਾਫੀ ਜ਼ਿਆਦਾ ਲੋਕ ਜਿਹੜੇ ਸਾਡੇ ਸਰ ਹਰ ਹਫਤੇ ਅਗਰ ਆਪਾਂ ਦੇਖੀਏ ਤਾਂ ਸਾਡੇ ਵੀ ਪਠਾਨਕੋਟ ਜ਼ਿਲ੍ਹੇ 'ਚ ਕੋਈ ਨਾ ਕੋਈ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਚੱਲ ਹੀ ਰਿਹਾ ਹੁੰਦਾ ਹੈ। ਜੀ ਪਲਵੀ, ਥੈਂਕ ਯੂ। ਪਲਵੀ, ਆਖਰੀ ਸਵਾਲ ਮੈਂ, ਜਿੱਦਾਂ ਦੀ ਤੁਸੀਂ ਗੱਲ ਕੀਤੀ ਹੈ ਪਿੰਡ ਦੇ ਵਿਕਾਸ ਦੀ ਗੱਲ, ਇਲਾਕੇ ਦੇ ਵਿਕਾਸ ਦੀ ਗੱਲ, ਨੌਜਵਾਨਾਂ ਦੀ ਗੱਲ, ਕੀ ਤੁਹਾਨੂੰ ਜੀ ਰਾਜਨੀਤੀ 'ਚ ਅੱਗੇ ਆਉਣ ਦਾ ਮੌਕਾ ਮਿਲੇ ਤਾਂ ਤੁਸੀਂ ਰਾਜਨੀਤੀ 'ਚ ਅੱਗੇ ਵੀ ਜਾਣਾ ਚਾਹੋਗੇ ਪਿੰਡ ਦੀ ਸਰਪੰਚੀ ਤੋਂ ਉੱਪਰ ਉੱਠ ਕੇ? ਜੀ ਪਲਵੀ। ਜੀ ਸਰ, ਬਿਲਕੁਲ। ਮੈਂ ਜੀ ਸਰ, ਰਾਜਨੀਤੀ ਦੀ ਤੁਸੀਂ ਗੱਲ ਕੀਤੀ ਹੈ ਤੇ ਸਰ ਮੈਂ ਇਸ ਲਾਈਨ 'ਚ ਆਈ ਹਾਂ ਜਦੋਂ, ਤੇ ਉਸ ਟਾਈਮ ਤੇ ਸਰ ਮੈਂ ਹਜੇ ਮਤਲਬ ਮੇਰੀ ਜਿਹੜੀ ਸੋਚ ਸੀਗੀ ਕਿ ਮੈਂ ਜਿਹੜੀ ਮੈਨੂੰ ਪਹਿਲੇ ਜ਼ਿੰਮੇਵਾਰੀ ਮਿਲੀ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵਾਂ। ਲੇਕਿਨ ਸਰ ਹੁਣ ਮੇਰੀ ਸੋਚ ਹੈ ਕਿ ਮੈਂ ਰਾਜਨੀਤੀ 'ਚ ਅੱਗੇ ਵੀ ਜਾਵਾਂਗੀ, ਮੈਂ ਆਪਣਾ ਫਿਊਚਰ ਦੇਖਦੀ ਹਾਂ ਰਾਜਨੀਤੀ 'ਚ। ਨਾਲ ਮੈਂ ਤੁਹਾਨੂੰ ਸਰ ਇਹ ਵੀ ਦੱਸਣਾ ਚਾਹੁੰਦੀ ਹਾਂ ਸਰ, CM ਸਾਹਿਬ ਦਾ ਇੱਕ ਪ੍ਰੋਗਰਾਮ ਸੀਗਾ 1 ਫਰਵਰੀ ਨੂੰ, ਹਰ ਘਰ ਪਾਣੀ ਹਰ ਘਰ ਸਫਾਈ, ਉਹਦੇ 'ਚ ਸਰ ਮੈਂ ਆਪਣੇ ਏਰੀਆ ਨੂੰ ਰਿਪਰੈਜ਼ੈਂਟ ਕਰਨ ਗਈ ਸੀ। ਤੇ ਸਰ ਉਹ ਟਾਈਮ ਤੇ ਸਰ CM ਸਰ ਦੇ ਮੂੰਹੋਂ ਮੈਂ ਇੱਕ ਗੱਲ ਸੁਣੀ ਸੀ, ਜਿੱਧਰ ਸਰ ਨੇ ਸਰ ਇਹ ਗੱਲ ਕਹੀ ਸੀ ਕਿ ਬੇਟਾ ਜਿਸ ਟਾਈਮ ਤੇ ਹੁਣ ਤੁਸੀਂ ਆਪਣਾ ਰਾਜਨੀਤਿਕ ਸਫ਼ਰ ਜਿਹੜਾ ਸ਼ੁਰੂ ਕੀਤਾ ਹੈ ਤੇ ਇੱਕ ਦਿਨ ਇੱਧਰਲੇ ਪਾਸੇ ਮਤਲਬ ਤੁਸੀਂ ਬੈਠੋਗੇ। ਤੇ ਸਰ ਦੀ ਉਸ ਗੱਲ ਨੇ ਮੈਨੂੰ ਐਡਾ ਕੁ ਮਤਲਬ ਜਿਹਨੂੰ ਕਹਿ ਲਓ ਕਿ ਹੱਲਾਸ਼ੇਰੀ ਦਿੱਤੀ ਹੈ। ਤੇ ਸਰ ਮੈਂ ਉਹ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਰਾਜਨੀਤੀ 'ਚ ਮਤਲਬ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਮੈਂ ਹੁਣ ਬੈਠ ਜਾਣਾ ਹੈ। ਮੈਂ ਉਦੋਂ ਤੋਂ ਸਰ ਕੰਟੀਨਿਊਸਲੀ ਲੱਗੀ ਹੋਈ ਹਾਂ ਤੇ ਮੈਂ ਆਪਣਾ ਮਤਲਬ 100% ਦੇ ਰਹੀ ਹਾਂ ਰਾਜਨੀਤੀ ਲਈ ਵੀ। ਜੀ ਪਲਵੀ, ਇਹ ਸਨ ਪਠਾਨਕੋਟ ਦੇ ਛੋਟੇ ਜਿਹੇ ਪਿੰਡ ਹਾੜਾ ਦੀ ਸਰਪੰਚ ਕੁੜੀ, ਜਿਹੜੀ ਕਿ ਕੌਮੀ ਪੱਧਰ ਤੇ ਇੱਕ ਰੁਤਬਾ ਰੱਖਦੀ ਹੈ ਤੇ ਆਪਣੇ ਪਿੰਡ ਦਾ ਨਾਂ ਕੌਮੀ ਪੱਧਰ ਤੇ ਪਹਿਚਾਣ ਦੇ ਰੂਪ 'ਚ ਬਣਾਇਆ।
ਉਮੀਦ ਹੈ ਉਹਨਾਂ ਦੀਆਂ ਆਸਾਂ, ਉਹਨਾਂ ਦੇ ਜਿਹੜੇ ਸੁਪਨੇ ਆ ਉਹ ਸਾਕਾਰ ਹੋਣਗੇ। ਇੰਝ ਹੀ ਅਗਲੇ ਹਫਤੇ ਆਪਾਂ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਜਗਤਾਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।